ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੱਡਾ ਬਿਆਨ। ਕਿਹਾ ਇੱਕ ਦਹਾੜ 'ਚ ਦਿੱਲੀ ਹਿਲਾਉਣ ਵਾਲੀ ਐਸਜੀਪੀਸੀ ਹੁਣ ਕਮਜ਼ੋਰ ਪਈ। ਰਿਹਾਈ ਨੂੰ ਲੈ ਕੇ ਕੁਝ ਨਹੀਂ ਕਰ ਪਾ ਰਹੀ ਸ਼੍ਰੋਮਣੀ ਕਮੇਟੀ। ਖਾਲਿਸਤਾਨ ਟਾਈਗਰ ਫੋਰਸ ਦੇ ਚੀਫ ਹਰਦੀਪ ਨਿੱਜਰ ਤੇ ਐਨਆਈਏ ਨੇ ਰੱਖਿਆ 10 ਲੱਖ ਦਾ ਇਨਾਮ। ਕੈਨੇਡਾ 'ਚ ਬੈਠ ਕੇ ਭਾਰਤ 'ਚ ਟਾਰਗੇਟ ਕਿਲਿੰਗਸ ਨੂੰ ਦਿੰਦਾ ਹੈ ਅੰਜਾਮ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਵੀ ਰਚੀ ਸੀ ਸਾਜ਼ਿਸ਼। ਗੈਂਗਸਟਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਚੇਤਾਵਨੀ। ਕਿਹਾ ਗਨ ਛੱਡੋ ਨਹੀਂ ਤਾਂ ਅੰਜਾਮ ਲਈ ਰਹੋ ਤਿਆਰ। ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਨਹੀਂ ਬਰਦਾਸ਼ਤ। ਮੂਸੇਵਾਲਾ ਕਤਲकांड ਦੇ ਵਿੱਚ ਵੱਡਾ ਖੁਲਾਸਾ। ਸੂਤਰਾਂ ਮੁਤਾਬਕ ਕਤਲ ਤੋਂ ਤੁਰੰਤ ਬਾਅਦ ਗੈਂਗਸਟਰ ਨੇ ਲਾਰੈਂਸ ਨੂੰ ਦਿੱਤੀ ਸੀ ਜਾਣਕਾਰੀ। ਫੋਨ ਕਰਕੇ ਕਿਹਾ ਮਾਰ ਦਿੱਤਾ ਮੂਸੇਵਾਲਾ। ਰਾਜਾ ਵੜਿੰਗ ਨੇ ਮੂਸੇਵਾਲਾ ਦੇ ਪਿਤਾ ਦੀ ਸਿਕਿਉਰਿਟੀ ਯਕੀਨੀ ਬਣਾਉਣ ਦੀ ਕੀਤੀ ਮੰਗ। ਕਿਹਾ ਬਲਕੌਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ। ਫੜੇ ਜਾਣ ਧਮਕੀਆਂ ਦੇਣ ਵਾਲੇ ਗੈਂਗਸਟਰ। ਮਾਨਸਾ ਦੇ ਐਸਐਸਪੀ ਬੋਲੇ ਸਿਕਿਉਰਿਟੀ ਦਾ ਰੱਖਿਆ ਜਾ ਰਿਹਾ ਪੂਰਾ ਖਿਆਲ। 30 ਸਾਲ ਪੁਰਾਣੇ ਕਿਡਨੈਪਿੰਗ ਕੇਸ ਦੇ ਵਿੱਚ ਰਿਟਾਇਰਡ ਆਈਪੀਐਸ ਸਣੇ 3 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ। ਮੋਹਾਲੀ ਦੀ ਸੀਬੀਆਈ ਕੋਰਟ ਨੇ ਸੁਣਾਇਆ ਫੈਸਲਾ। ਪੁਲਿਸ ਕਸਟਡੀ ਚੋਂ ਗਾਇਬ ਹੋ ਗਿਆ ਸੀ ਸੁਰਜੀਤ। ਜਲੰਧਰ 'ਚ ਵਿਧਾਇਕ ਸ਼ੀਤਲ ਅੰਗਰਾਲ ਨੇ ਅਚਾਨਕ ਕੀਤੀ ਡੀਸੀ ਦਫ਼ਤਰ ਦੀ ਚੈਕਿੰਗ। ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ। ਅਫਸਰਾਂ ਨੂੰ ਵੀ ਕੀਤੀ ਤਾਕੀਦ। ਵਿਧਾਇਕ ਦੇ ਰਵੱਈਏ ਤੋਂ ਕੁਝ ਖਫਾ ਏਡੀਸੀ ਬੋਲੇ ਕਰਮਚਾਰੀਆਂ ਤੇ ਲਗਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਗਲਤ। ਮੈਂ ਗਲਤ ਤਾਂ ਗੋਲੀ ਮਾਰ ਦਿਓ। ਰੋਹਤਕ 'ਚ ਹੋਟਲ ਮਾਲਕ ਤੇ ਪਤਨੀ ਦਾ ਕਤਲ। ਜਾਇਦਾਦ ਦੇ ਲਾਲਚ 'ਚ ਪੁੱਤਰ ਨੇ ਹੀ ਮਾਂ ਪਿਓ ਨੂੰ ਉਤਾਰਿਆ ਮੌਤ ਦੇ ਘਾਟ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ। ਸੁਵੀਰ ਸਿੱਧੂ ਦੇ ਪੰਜਾਬ ਹਰਿਆਣਾ ਬਾਰ ਕਾਉਂਸਲ ਦੇ ਚੇਅਰਮੈਨ ਬਣਨ ਦਾ ਰਾਹ ਪੱਧਰਾ। ਹਾਈਕੋਰਟ ਨੇ ਬਾਰ ਕਾਉਂਸਲ ਦੀਆਂ ਚੋਣਾਂ ਨੂੰ ਠਹਿਰਾਇਆ ਜਾਇਜ਼। ਏਜੀ ਅਨਮੋਲ ਰਤਨ ਸਿੱਧੂ ਦੇ ਬੇਟੇ ਨੇ ਸੁਵੀਰ ਸਿੱਧੂ। ਫਿਰੋਜ਼ਪੁਰ ਦੇ ਸ਼ਹੀਦ ਜਵਾਨ ਕੁਲਦੀਪ ਸਿੰਘ ਦੇ ਘਰ ਗਏ ਮੁੱਖ ਮੰਤਰੀ ਭਗਵੰਤ ਮਾਨ। ਪਰਿਵਾਰ ਨਾਲ ਵੰਡਾਇਆ ਦੁੱਖ। 1 ਕਰੋੜ ਦਾ ਸੌਂਪਿਆ ਚੈੱਕ। सत श्री अकाल, मैं अर्शदीप संधू न्यूज़ 18 पंजाब हरियाणा हिमाचल देख रहे दर्शकों का स्वागत है। शुरुआत करते हैं एक वड्डी ते अहम खबर दे नाल। अकाल तख्त साहिब दे जथेदार ने एक बयान दिता है, लेकिन बयान दे नाल निशाना किस ते है, ये सवाल है। जथेदार का कहना है कि एसजीपीसी कमजोर कर दी है। किसी वेले एसजीपीसी की दहाड़ नाल दिल्ली हिलदी सी, हुण एसजीपीसी के धरने का भी कोई असर नहीं हुंदा। ਬੰਦੀ ਸਿੱਖਾਂ ਦੀ ਰਿਹਾਈ ਤੇ ਸੰਬੋਧਨ ਕਰ ਰਹੇ ਸਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਉਹਨਾਂ ਦਾ ਇਹ ਬਿਆਨ ਆਇਆ ਹੈ। ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਬੈਨਰ ਲਗਾਏ ਜਾਣੇ। ਜਥੇਦਾਰ ਨੇ ਕਿਹਾ ਕਿ ਗੁਰੂ ਘਰਾਂ ਤੇ ਧਾਰਮਿਕ ਸਮਾਗਮਾਂ ਤੇ ਬੈਨਰ ਲਗਾਏ ਜਾਣ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ। ਉਹਨਾਂ ਦਾ ਇੱਕ ਵੱਡਾ ਬਿਆਨ ਆਇਆ ਹੈ। ਉਹਨਾਂ ਨੇ ਕਿਹਾ ਕਿ ਐਸਜੀਪੀਸੀ ਕਮਜ਼ੋਰ ਕਰ ਦਿੱਤੀ ਹੈ। ਕਿਸੇ ਵੇਲੇ ਐਸਜੀਪੀਸੀ ਦੀ ਦਹਾੜ ਨਾਲ ਦਿੱਲੀ ਹਿਲਦੀ ਸੀ, ਲੇਕਿਨ ਹੁਣ ਐਸਜੀਪੀਸੀ ਦੇ ਧਰਨੇ ਦਾ ਵੀ ਕੋਈ ਅਸਰ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਧਰਨਾ ਲਗਾਇਆ ਗਿਆ ਜਿਸ ਦੇ ਵਿੱਚ ਐਸਜੀਪੀਸੀ ਦੇ ਮੁਲਾਜ਼ਮ ਵੀ ਸ਼ਾਮਲ ਹੋਏ ਸੀ। ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਇਹ ਧਰਨਾ ਦਿੱਤਾ ਗਿਆ ਸੀ ਜੰਤਰ ਮੰਤਰ ਤੇ ਉਸ ਤੋਂ ਬਾਅਦ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਤੇ ਹੀ ਜਥੇਦਾਰ ਦਾ ਬਿਆਨ ਆਇਆ। ਬੋਲਦੇ ਹੋਏ ਸੰਬੋਧਨ ਕਰਦੇ ਹੋਏ ਇਸੇ ਮੁੱਦੇ ਤੇ ਜਥੇਦਾਰ ਨੇ ਕਿਹਾ ਕਿ ਐਸਜੀਪੀਸੀ ਕਮਜ਼ੋਰ ਕਰ ਦਿੱਤੀ ਹੈ। ਕਿਸੇ ਵੇਲੇ ਐਸਜੀਪੀਸੀ ਦੀ ਦਹਾੜ ਨਾਲ ਦਿੱਲੀ ਹਿਲਦੀ ਸੀ, ਲੇਕਿਨ ਹੁਣ ਐਸਜੀਪੀਸੀ ਦੇ ਧਰਨੇ ਦਾ ਵੀ ਕੋਈ ਅਸਰ ਨਹੀਂ ਹੈ। दहाड़ दे नाल दिल्ली दा तख्त हिलदा सी, अज इन्नी कमजोर कर दित्ती है कि दिल्ली दा लाला करिया नूं बाहर आके नहीं मिलदा। ਇਹ ਬੋਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ। ਸ਼ਬਦ ਅਜਿਹੇ ਜੋ ਤੁਸੀਂ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਸੁਣੇ ਹੋਣਗੇ। ਸਥਾਨ ਸੀ ਸ੍ਰੀ ਕੀਰਤਪੁਰ ਸਾਹਿਬ ਦਾ ਗੁਰਦੁਆਰਾ ਸ਼ੀਸ਼ ਮਹਿਲ ਤੇ ਮੌਕਾ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਰੱਖਿਆ ਗਿਆ ਵਿਸ਼ੇਸ਼ ਸਮਾਗਮ। ਜਦੋਂ ਜਥੇਦਾਰ ਸੰਗਤ ਨੂੰ ਸੰਬੋਧਨ ਕਰ ਰਹੇ ਸਨ ਤਾਂ ਇਸ ਦੌਰਾਨ ਜ਼ਿਕਰ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ਦਾ ਹੋਇਆ ਤਾਂ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਹੀ ਕਟਹਿਰੇ ਵਿੱਚ ਖੜਾ ਕਰ ਦਿੱਤਾ। ਦਰਅਸਲ ਪਿਛਲੇ ਦਿਨੀ ਅਕਾਲੀ ਦਲ ਤੇ ਐਜੀਪੀਸੀ ਦੇ ਵਫਦ ਨੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਲੀ 'ਚ ਹੱਲਾ ਬੋਲਿਆ ਸੀ ਤੇ ਵਫਦ ਦਿੱਲੀ ਦੇ ਸੀਐਮ ਨੂੰ ਮੰਗ ਪੱਤਰ ਸੌਂਪਣ ਦੇ ਲਈ ਵੀ ਪਹੁੰਚਿਆ ਸੀ ਤੇ ਜਥੇਦਾਰ ਨੇ ਇਸ ਦਾ ਹੀ ਹਵਾਲਾ ਦਿੰਦੇ ਹੋਏ ਕਹਿ ਦਿੱਤਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀ ਦਹਾੜ ਤੇ ਦਿੱਲੀ ਦਾ ਤਖਤ ਹਿਲਦਾ ਸੀ, ਅੱਜ ਉਹੀ ਐਜੀਪੀਸੀ ਇੰਨੀ ਕਮਜ਼ੋਰ ਕਰ ਦਿੱਤੀ ਕਿ ਕੋਈ ਬਾਹਰ ਵਫਦ ਨੂੰ ਮਿਲਣ ਲਈ ਵੀ ਨਹੀਂ ਪਹੁੰਚਿਆ।
ਤੇ ਜਥੇਦਾਰ ਇਹ ਸ਼ਬਦ ਵੀ ਉਸ ਵੇਲੇ ਬੋਲ ਰਹੇ ਸਨ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਬਿਲਕੁਲ ਸਾਹਮਣੇ ਬੈਠੇ ਹੋਏ ਸਨ। ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ 2 ਪ੍ਰਧਾਨਾਂ ਦੇ ਸਹਾਇਕ ਇਹ ਮੈਮੋਰੰਡਮ ਲੈ ਕੇ ਜਾਂਦੇ ਨੇ ਕੇਜਰੀਵਾਲ ਮੁੱਖ ਮੰਤਰੀ ਜਿਹੜਾ ਦਿੱਲੀ ਦਾ ਉਹਦੀ ਕੋਠੀ ਦੇ ਅੱਗੇ, ਔਰ 10 ਮਿੰਟ ਬਾਰਿਸ਼ ਦੇ ਵਿੱਚ ਭੇਜਦੇ ਨੇ, ਉਹ ਕਰਨ ਵਾਸਤੇ ਇਹਨਾਂ ਨੂੰ ਬਾਹਰ ਨਹੀਂ ਆਉਂਦੀ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਦਹਾੜ ਦੇ ਨਾਲ ਦਿੱਲੀ ਦਾ ਤਖਤ ਹਿਲਦਾ ਸੀ, ਅੱਜ ਇੰਨੀ ਕਮਜ਼ੋਰ ਕਰ ਦਿੱਤੀ ਹੈ ਕਿ ਦਿੱਲੀ ਦਾ ਲਾਲਾ ਕਰਿਆ ਇਹਨਾਂ ਨੂੰ ਬਾਹਰ ਆ ਕੇ ਨਹੀਂ ਮਿਲਦਾ। ਜਦੋਂ ਜਥੇਦਾਰ ਨੇ ਐਜੀਪੀਸੀ ਪ੍ਰਧਾਨਗੀ ਦੀ ਮੌਜੂਦਗੀ ਦੇ ਵਿੱਚ ਹੀ ਐਜੀਪੀਸੀ ਤੇ ਸਵਾਲ ਖੜੇ ਕੀਤੇ ਤਾਂ ਇਸ ਦੇ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੀਤੀਆਂ ਕੋਸ਼ਿਸ਼ਾਂ ਤੋਂ ਵੀ ਵਾਕਿਫ ਕਰਵਾਇਆ। ਦੇਖੋ, ਮੈਂ ਜਦੋਂ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਹੋਇਆ ਸੀ 11 ਮੈਂਬਰੀ ਕਮੇਟੀ ਬਣਾਈ ਸੀ, ਉਸ ਤੋਂ ਬਾਅਦ 20 ਮਈ ਨੂੰ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਤੇ 11 ਹੀ ਉਹਨਾਂ ਮੈਂਬਰਾਂ ਦਾ ਨਾਮ ਵੀ ਲਿਖ ਕੇ ਭੇਜਿਆ ਸੀ, ਪਰ ਮੈਨੂੰ ਅਫਸੋਸ ਅੱਜ ਤੱਕ ਕੋਈ ਉਹਦਾ ਜਵਾਬ ਨਹੀਂ ਆਇਆ। ਚਿੱਠੀ ਰਸੀਦ ਕੀਤੀ ਆ, ਕੋਈ ਸਾਨੂੰ ਸੱਦਾ ਪੱਤਰ ਨਹੀਂ ਮਿਲਿਆ। ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਨੂੰ ਵੀ 24 ਤਰੀਕ ਨੂੰ 24 ਮਈ ਨੂੰ ਚਿੱਠੀ ਲਿਖੀ ਸੀ। ਜਥੇਦਾਰ ਨੇ ਇਸ ਬਿਆਨ ਦੇ ਨਾਲ ਪੰਥਕ ਸਿਆਸਤ ਨੂੰ ਗਰਮਾ ਦਿੱਤਾ ਹੈ ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਐਜੀਪੀਸੀ ਨੂੰ ਕਮਜ਼ੋਰ ਕਿਸਨੇ ਕੀਤਾ ਹੈ, ਜਥੇਦਾਰ ਨੇ ਇਸ ਦਾ ਜ਼ਿਕਰ ਨਹੀਂ ਕੀਤਾ। ਕੀਰਤਪੁਰ ਸਾਹਿਬ ਤੋਂ ਰਾਜਕੁਮਾਰ, ਨਿਊਜ਼ 18 ਪੰਜਾਬ। ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਹਾਂ। ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੂੰ KTF ਚੀਫ ਹਰਦੀਪ ਸਿੰਘ ਨਿੱਜਰ ਦੀ ਤਲਾਸ਼ ਹੈ। ਖਾਲਿਸਤਾਨੀ ਅੱਤਵਾਦੀ ਨਿੱਜਰ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਕੈਨੇਡਾ ਬੇਸਡ ਖਾਲਿਸਤਾਨੀ ਟਾਈਗਰ ਫੋਰਸ ਦਾ ਇਹ ਚੀਫ ਹੈ। ਜਲੰਧਰ ਦੇ ਵਿੱਚ ਪੁਜਾਰੀ ਦੇ ਕਤਲ ਮਾਮਲੇ ਦੇ ਵਿੱਚ ਵਾਂਟਡ ਹੈ। 31 ਜਨਵਰੀ 2021 ਵਿੱਚ ਫਿਲੌਰ ਦੇ ਵਿੱਚ ਇੱਕ ਪੁਜਾਰੀ ਦਾ ਕਤਲ ਹੋਇਆ ਸੀ। ਗੋਲੀਆਂ ਮਾਰ ਕੇ ਪੁਜਾਰੀ ਕਮਲਦੀਪ ਸ਼ਰਮਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਵਾਂਟਡ ਹੈ। NIA ਦੀ ਚਾਰਜ ਸ਼ੀਟ ਦੇ ਵਿੱਚ ਹਰਦੀਪ ਸਿੰਘ ਨਿੱਜਰ ਕਤਲ ਦਾ ਮਾਸਟਰਮਾਈਂਡ ਹੈ। ਡੇਰਾ ਸਮਰਥਕ ਦਾ ਕਤਲ ਕਰਾਉਣ ਦਾ ਵੀ ਇਸ ਤੇ ਇਲਜ਼ਾਮ ਹੈ। ਨਵੰਬਰ 2020 ਦੇ ਵਿੱਚ ਡੇਰਾ ਸਮਰਥਕ ਮਨੋਹਰ ਲਾਲ ਦਾ ਕਤਲ ਹੋਇਆ ਸੀ ਤੇ ਨਿੱਜਰ ਦੇ ਉੱਤੇ ਸੁਪਾਰੀ ਦੇ ਕੇ ਡੇਰਾ ਸਮਰਥਕ ਦਾ ਕਤਲ ਕਰਵਾਉਣ ਦਾ ਇਲਜ਼ਾਮ ਹੈ। ਤਾਂ NIA ਨੇ ਹਰਦੀਪ ਸਿੰਘ ਨਿੱਜਰ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਕੈਨੇਡਾ ਬੇਸਡ ਇਹ ਖਾਲਿਸਤਾਨੀ ਟਾਈਗਰ ਫੋਰਸ ਦਾ ਚੀਫ ਹੈ, ਜੋ ਕਿ ਜਲੰਧਰ ਵਿੱਚ ਪੁਜਾਰੀ ਦੇ ਕਤਲ ਮਾਮਲੇ ਦੇ ਵਿੱਚ ਵੀ ਵਾਂਟਡ ਹੈ ਤੇ ਨਾਲ ਹੀ ਡੇਰਾ ਸਮਰਥਕ ਦਾ ਕਤਲ ਕਰਾਉਣ ਦੀ ਵੀ ਇਸ ਦੇ ਵੱਲੋਂ ਸਾਜ਼ਿਸ਼ ਰਚੀ ਗਈ। ਉਸ ਮਾਮਲੇ ਦੇ ਵਿੱਚ ਵੀ ਇਸ ਦਾ ਨਾਮ ਹੈ। NIA ਨੂੰ ਹੁਣ KTF ਚੀਫ ਹਰਦੀਪ ਸਿੰਘ ਨਿੱਜਰ ਦੀ ਤਲਾਸ਼ ਹੈ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਤਾਂ ਨਿੱਜਰ ਹੈ ਕੌਣ, ਇਸ ਦਾ ਵੀ ਜ਼ਿਕਰ ਕਰਦੇ ਹਾਂ। ਖਾਲਿਸਤਾਨ ਟਾਈਗਰ ਫੋਰਸ ਦਾ ਚੀਫ ਦੱਸਿਆ ਜਾਂਦਾ ਹੈ। ਅਸਲ ਨਾਮ ਹਰਦੀਪ ਸਿੰਘ ਨਿੱਜਰ ਹੈ। ਕੈਨੇਡਾ ਦੇ ਵਿੱਚ ਰਹਿ ਕੇ ਭਾਰਤ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਵਿੱਚ ਮਾਹਿਰ ਦੱਸਿਆ ਜਾਂਦਾ ਹੈ। ਪੰਜਾਬ ਅਤੇ NIA ਹੈੱਡਕੁਆਰਟਰ ਦੇ ਵਿੱਚ ਕਈ ਮਾਮਲੇ ਇਸ ਦੇ ਉੱਤੇ ਦਰਜ ਨੇ। NIA ਨੂੰ ਹਰਦੀਪ ਸਿੰਘ ਨਿੱਜਰ ਦੀ ਤਲਾਸ਼ ਹੈ। ਅੱਤਵਾਦੀ ਨਿੱਜਰ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਜਲੰਧਰ ਦੇ ਵਿੱਚ 2021 ਚ ਹੋਏ ਪੁਜਾਰੀ ਕਤਲकांड ਦਾ ਮਾਸਟਰਮਾਈਂਡ ਹੈ। ਡੇਰਾ ਸਮਰਥਕ ਮਨੋਹਰ ਲਾਲ ਦਾ ਵੀ ਕਤਲ ਕਰਵਾਇਆ ਹੈ। शंकर आनंद साडे सहयोगी जुड़े ने दिल्ली तो और जानकारी दिलाई। शंकर, क्या कुछ जानकारी आपके पास इस मामले पर? देखिए, जिस तरह से केंद्रीय जांच एजेंसी NIA की टीम लगातार उन संगठनों के खिलाफ कर रही है जो भारत विरोधी गतिविधियों के खिलाफ काम करती है, और इसी मामले में देखा जा रहा है कि हरदीप सिंह निज्जर की अगर बात करें तो वो भारत विरोधी गतिविधियों को कनाडा में रह करके अंजाम दे रहा है। कनाडा, हालांकि वो रहने वाला मूल रूप से जलंधर का है, लेकिन कनाडा से रह करके वो लगातार पंजाब के अंदर टारगेट किलिंग और कई हिंदू नेताओं को मारने का जो जिस तरह से काम पिछले कुछ समय से लगातार करता आ रहा है, और इसके लिए वो सहारा लेता है छोटे छोटे गैंगस्टर्स का। तो इस मामले की गंभीरता को देखते हुए उसके खिलाफ कई मामले रजिस्टर्ड हुए हैं। केंद्रीय जांच एजेंसी NIA में के द्वारा केस को रजिस्टर्ड किया गया। इसके साथ ही पंजाब के स्थानीय पुलिस थानों में कई मामले उसके खिलाफ रजिस्टर्ड है। लिहाजा इस मामले में 10 लाख रुपए का इनाम NIA के द्वारा कल घोषित किया गया है। इस मामले पर NIA के द्वारा जो ऐलान किया गया है, उस मामले में कहा गया है कि अगर उसकी गिरफ्तारी के लिए कोई मदद करता है या कोई महत्वपूर्ण जानकारी देता है तो उसको ये इनाम की राशि दी जाएगी, और इसके साथ ही उसका नाम भी गुप्त रखा जाएगा।
तो ये भी ऐलान किया गया है। तो एक तरह से कह सकते हैं कि उसका 2 लोकेशन, एक जालंधर स्थित उसके आवास का और इसके साथ ही कनाडा स्थित जो आवास का जानकारी जो है वो भी एनआईए के द्वारा साझा की गई है। और तमाम आम लोगों से भी अपील की गई है कि अगर इसके बारे में कोई जानकारी अगर भारत के अंदर में कहीं पे छुपे होने की या कहीं पे आने की या आने जान करने की अगर कोई जानकारी मिलती है तो अगर उसके बारे में जानकारी साझा किया जाएगा तो उसको 10 लाख रुपए का इनाम दिया जाएगा। तो वहीं दूसरी तरफ देखा जाए, इस हरदीप सिंह निज्जर की जो भूमिका रही है वो काफी कई केसेस ऐसे मामलों में बढ़ी रही है जिसके तहत वो टारगेट किलिंग के मामलों को अंजाम देता था। इसके साथ साथ पंजाब के अंदर में किस तरह से भारत विरोधी गतिविधियों को अंजाम देना ये उसकी मंशा रही है। किस तरह से पाकिस्तानी समर्थक जो आतंकी संगठन है उसकी मदद से किस तरह से पंजाब के अंदर में कई ऐसे आतंकियों को तैयार करने में भी इसकी भूमिका रही है। और इसके लिए पाकिस्तान की खुफिया एजेंसी ISI के साथ में लगातार ये संपर्क में रहता है और ये पंजाब, हरियाणा, राजधानी दिल्ली के आसपास में कई ऐसे संदिग्ध गतिविधियों को अंजाम देता है। लिहाजा इसी मामले की गंभीरता को देखते हुए इसके खिलाफ इनाम की ये घोषणा की गई है। जी शुक्रिया शंकर पूरी जानकारी के लिए। ਤਾਂ ਹਰਦੀਪ ਸਿੰਘ ਨਿੱਜਰ ਦੀ ਹੁਣ NIA ਨੂੰ ਤਲਾਸ਼ ਹੈ। 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਕਈ ਸਾਰੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਵਾਂਟਡ ਹੈ ਹਰਦੀਪ ਸਿੰਘ ਨਿੱਜਰ ਤੇ ਹੁਣ NIA ਨੂੰ ਤਲਾਸ਼ ਹੈ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਗੱਲ ਕਰਦੇ ਹਾਂ ਜਲੰਧਰ ਦੀ। ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਮਾਹੌਲ ਗਰਮਾ ਗਿਆ ਉਸ ਵੇਲੇ ਜਦੋਂ MLA ਸ਼ੀਤਲ ਅੰਗੁਰਾਲ ਉੱਥੇ ਪਹੁੰਚੇ। MLA ਸ਼ੀਤਲ ਅੰਗੁਰਾਲ ਨੇ ਇਲਜ਼ਾਮ ਲਗਾਏ ਜਿਸ ਤੇ ADC ਭੜਕ ਉੱਠੇ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਫਸਰਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਜਿਸ ਨੂੰ ਲੈ ਕੇ ADC ਮੇਜਰ ਅਮਿਤ ਸਰੀਨ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਤੇ ਕਿਹਾ ਕਿ ਜੇ ਮੈਂ ਗਲਤ ਹਾਂ ਤਾਂ ਗੋਲੀ ਮਾਰ ਦਿਓ। ਤਾਂ ਮਾਹੌਲ ਗਰਮਾਇਆ ਨਜ਼ਰ ਆਇਆ ਜਲੰਧਰ ਦੇ DC ਦਫ਼ਤਰ ਦੇ ਵਿੱਚ ਜਿੱਥੇ ਵਿਧਾਇਕ ਸ਼ੀਤਲ ਅੰਗੁਰਾਲ ਪਹੁੰਚੇ ਸੀ। ਉਹਨਾਂ ਨੇ ਅਫਸਰਾਂ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਜਿਸ ਨੂੰ ਲੈ ਕੇ ADC ਮੇਜਰ ਅਮਿਤ ਸਰੀਨ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ, ਭੜਕ गए ਤੇ ਕਿਹਾ ਜੇ मैं गलत तो गोली मार दो। हमारी सैटरडे छुट्टी नहीं होती, संडे भी छुट्टी नहीं होती। क्या बात कर रहे हैं आप? क्या बात कर रहे हैं? हमारा सैटरडे कोई ऑफ नहीं होता। ये हम काम करते हैं सैटरडे संडे। मुंशी भी बतौर एजेंट ही पेश होंगे हैं। आपको इंटीमेट कर चुका हूं, रेनोवेशन कर रहा हूं सर मीडिया जांच ਕੀਤੀ ਜਾਵੇ ਜੇ ਫੇਸਬੁੱਕ ਦੇ ਵਿੱਚ ਪਤਾ ਲੱਗਦਾ 2.5 साल से ज्यादा तो पुलिस ने FIR भी करी है और हम करते रहेंगे। एक भी अगर कोई हमें फ्रॉड मिलता है, हमने 1100 लाइसेंस इशू किए हैं और अभी 4 कैंसिल कर चुके हैं उसमें से और पूरी वेरिफिकेशन कर रहे हैं। ग्राउंड पे पुलिस ने जाके FIR भी दर्ज करी है। नहीं पुलिस थोड़ी क्लियर कर दो। मैं था कि मैं सच नहीं बोल रही है, बंदा वो सही होगा तो मैं नहीं पता कौन है। मैं सेवा जानता केंद्र की पेंडेंसी छुट्टी वाले दिन हम 700 केस निकालते हैं सर। लिखकर तो छुट्टी सैटरडे वाले दिन, सैटरडे हमारा वर्किंग डे होता है। जांच करेंगे, डीसी साहब जांच करेंगे, इंटीमेशन डेटेड पता लग जानी सर। ਜਾਂਚ ਕਰ ਲੈਂਦੇ। ਚਲੋ ਹੁਣ ਆਪਾਂ ਮੈਂ ਦੇਖ ਲਾਂ ਇੰਟਰਨਲ ਕੀ ਸੀਗਾ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਬੌਂਡ ਕਰ ਦਿਓ। ਕਿੰਨੇ ਦਿਨ ਲੱਗ ਜਾਊਗਾ ਪਤਾ ਜੀ? ਹਾਂਜੀ ਆਰਐਨ ਅਕੈਡਮੀ ਬੌਂਡ ਕਰ ਦਿਓ। ਮੈਂ ਉਹੀ ਤਾਂ ਕਹਿ ਰਿਹਾ ਜੀ, ਮੈਨੂੰ ਇੱਕ ਵਾਰੀ ਰਿਕਾਰਡ ਤਾਂ ਦੇਖਣਾ ਹਾਂ, ਹੈ ਮੈਂ ਕੀ ਤਾਂ ਹੈ। time ਸਮਝ ਕਿਸੇ ਵੱਲੋਂ ਕੋਈ ਰਿਟਰਨ ਕੋਈ ਹੈਗੀ ਹੈ ਕੰਪਲੇਂਟ ਨਹੀਂ ਹੈਗੀ ਇਹ ਕਮੇਟੀ ਤੇ ਕਿ ਬਸ ਸਮੇਂ ਤੋਂ ਕੁਝ ਦੇ ਦਿਓ। ਮੈਂ ਉਹਦਾ ਦਿੱਕਤ ਹੈ ਹੁਣ ਇੱਕ ਬਜ਼ੁਰਗ ਦੇ ਕੋਲ ਢਾਵਾ ਮਾਰ ਕੇ ਰੋ ਰਿਹਾ ਸੀ 3 ਵਜੇ ਦਾ ਬੈਠਾ ਤੇ ਪਿਛਲੇ 6 ਮਹੀਨੇ ਤੋਂ ਮੇਰੇ ਕੋਲ 3 ਵਾਰੀ ਘਰ ਆ ਚੁੱਕੇ ਕੰਮ ਕਰਾਉਣ ਦਾ। ਕੰਮ ਕੀ ਹੈਗਾ, ਉਹ ਮਿੱਠੂ ਬਸਤੀ ਦੇ ਵਿੱਚ ਉਹਨਾਂ ਦੀ ਰਿਹਾਇਸ਼ ਆ। ਉਹਨਾਂ ਦਾ VIP ਨੰਬਰ ਸੀ ਸਕੂਟਰ ਦਾ VIP ਨੰਬਰ ਹੈ। ਇੱਥੇ ਦੇ ਡਿਪਾਰਟਮੈਂਟਾਂ ਨੇ ਨਕਲੀ ਸਾਈਨ ਕਰਕੇ ਇੱਕ ਮੁਲਾਜ਼ਮ ਦੇ ਕਿਸੇ ਦੇ ਨਾਲ ਟ੍ਰਾਂਸਫਰ ਕਰ, ਪਰ ਸਰਕਾਰ ਦੀਆਂ ਹਦਾਇਤਾਂ ਦੇ ਕਾਰਨ ਮੇਰੀ ਸਰਕਾਰ ਦੀ ਜਿਹੜੀ ਪਾਲਿਸੀ ਆਈ ਸੀ ਪਿਛਲੀ ਸਰਕਾਰ ਦੀ ਉਹਦੇ ਵਿੱਚ ਜਿਹੜੇ VIP ਨੰਬਰ ਹੈ ਉਹ ਬਲੌਕ ਕਰ ਦਿੱਤੇ ਗਏ, ਬੰਦ ਹੈ। ਪਰ ਉਹਨਾਂ ਦਾ ਇੱਕ ਬੇਟੇ ਦਾ ਸੁਪਨਾ ਸੀ ਸਕੂਟਰ, ਉਹਨਾਂ ਦਾ ਨੰਬਰ ਹੈਗਾ 100 ਨੰਬਰ ਪੁਰਾਣੇ PI ਜਿੱਦਾਂ ਇੱਥੇ ਕੁਛ ਨੰਬਰ ਹੈ, ਮੈਨੂੰ ਪਤਾ ਨਹੀਂ ਕੀ ਹੈ। ਤੇ ਬੇਟਾ ਮੈਂਟਲੀ ਅਪਸੈਟ ਹੋ ਗਿਆ ਕਿ ਮੇਰਾ ਨੰਬਰ ਲੱਗ ਗਿਆ। ਤੇ ਅੱਜ ਉਸ ਦਾ ਬਾਪ ਧੱਕੇ ਖਾ ਰਿਹਾ DC ਆਫਿਸ ਦੇ ਵਿੱਚ ਤੇ ਕੋਈ ਸੁਣਾਈ ਕਰਨ ਵਾਲਾ ਨਹੀਂ। DC ਆਫਿਸ ਦੇ ਵਿੱਚ ਪ੍ਰਾਈਵੇਟ ਏਜੰਟਾਂ ਦੀ ਵੀ ਗੱਲ ਕੀਤੀ ਗਈ ਅੰਦਰ, ਤੁਸੀਂ ਵੀ ਪ੍ਰਾਈਵੇਟ ਏਜੰਟ ਨੀਚੇ ਮੈਡਮ ਕਲਰਕ ਮੈਡਮ ਹੈਗੇ ਆ, ਉਹਨਾਂ ਦੇ ਉੱਤੇ ਨਾ ਟੋਰਨੀ ਚੱਕਰ ਆਉਂਦੇ ਲਈ ਆਉਂਦੇ ਉੱਥੇ ਸਵੇਰੇ 10 ਵਜੇ ਤੋਂ ਬਾਅਦ 25-30 ਪ੍ਰਾਈਵੇਟ ਲੋਕਾਂ ਦੇ ਬੈਠ ਜਾਂਦੇ ਉਹਦੇ ਸੌਦੇਬਾਜ਼ੀ ਕੀਤੀ ਜਾਂਦੀ ਲੋਕਾਂ ਨਾਲ। ਕਿਸੇ ਕੋਲ 2000 ਕਿਸੇ ਕੋਲ 5000 ਕਿਸੇ ਕੋਲ 10000 ਲਿਆ ਜਾਂਦਾ ਕਿ ਤੈਨੂੰ ਕਲਰਕ ਮੈਡਮ ਦਾ ਕੰਮ ਕਰਾ ਦੇਣੇ, ਤੇਰਾ DC ਆਫਿਸ ਫਲਾਣਾ ਕੰਮ ਕਰਾ ਦੇਣੇ। ਇੱਥੇ ਸਭ ਤੋਂ ਜ਼ਿਆਦਾ ਦਬਦਬਾ ਜਿਹੜਾ ਹੈਗਾ ਉਹ ਜਿਹੜੇ ਪ੍ਰਾਈਵੇਟ ਇੱਥੇ ਕੁਝ ਲੋਕ ਕਰਿੰਦੇ ਬੈਠੇ ਆ ਉਹਨਾਂ ਦੀ ਇੱਥੇ DC ਆਫਿਸ 'ਚ ਜ਼ਿਆਦਾ ਚੱਲਦੀ ਹੈ।
ਦੱਸ ਦਿਓ ਜਿਹੜਾ ਐਮਐਲਏ ਸਾਹਿਬ ਤੁਹਾਡੇ ਕੋਲ ਆਏ ਆ 3 ਐਲੀਗੇਸ਼ਨ ਉਹਨਾਂ ਨੂੰ ਲਗਾਏ ਗਏ ਆ ਉਹਦੇ ਬਾਰੇ ਦੇਖ ਦੱਸ ਰਹੇ ਆ ਦਿਓ। ਜੀ ਜਿਹੜੇ ਹੈਗੇ ਐਲੀਗੇਸ਼ਨਸ ਉਹਨਾਂ ਤੇ ਵਿਲ ਟਰਾਈ ਐਂਡ ਗੈਟ ਦੀ ਇਨਕੁਆਇਰੀ ਡਨ। ਥੈਂਕ ਯੂ। ਦੱਸ ਦਿਓ ਜਿਹੜਾ ਐਮਐਲਏ ਸਾਹਿਬ ਤੁਹਾਡੇ ਕੋਲ ਆਏ ਆ 3 ਐਲੀਗੇਸ਼ਨ ਉਹਨਾਂ ਨੂੰ ਲਗਾਏ ਗਏ ਆ ਉਹਦੇ ਬਾਰੇ ਦੇਖ ਦੱਸ ਰਹੇ ਦਿਓ। ਆ ਜੀ ਜਿਹੜੇ ਹੈਗੇ ਐਲੀਗੇਸ਼ਨਸ ਉਹਨਾਂ ਤੇ ਵਿਲ ਟਰਾਈ ਐਂਡ